Morning, my dear students. How are you? Hope you will be fine. Today we will be do our next reader chapter. Chapter name is Sikandar te Porus. Sikandar te Porus. So ਸਾਡਾ chapter ਸਿਕੰਦਰ ਤੇ ਪੋਰਸ। ਸਿਕੰਦਰ ਜੋ ਕਿ ਯੂਨਾਨ ਦਾ ਇੱਕ ਸ਼ਕਤੀਸ਼ਾਲੀ ਰਾਜਾ ਸੀ ਤੇ ਪੋਰਸ ਭਾਰਤ ਦਾ ਇੱਕ ਬਹੁਤ ਹੀ ਹੋਣਹਾਰ ਮਿਹਨਤੀ ਦਿਆਲੂ ਰਾਜਾ ਸੀ। ਸਿਕੰਦਰ ਨੇ ਜਦ ਦੇਖਿਆ ਕਿ ਭਾਰਤ ਦੇ ਲੋਕ ਆਪਸੀ ਫੁੱਟ ਦਾ ਸ਼ਿਕਾਰ ਹੋ ਰਹੇ ਹਨ, ਆਪਸ ਵਿੱਚ ਹੀ ਲੜਾਈ ਝਗੜੇ ਕਰ ਰਹੇ ਹਨ, ਤਾਂ ਉਸਦੇ ਮਨ ਵਿੱਚ ਆਇਆ ਕਿ ਕਿਉਂ ਨਾ ਮੈਂ ਭਾਰਤ ਦੇ ਜਿੰਨੇ ਵੀ ਰਾਜੇ ਹਨ ਉਹਨਾਂ ਦੇ ਉੱਤੇ ਕਬਜ਼ਾ ਕਰ ਲਾਂ, ਕਿਉਂਕਿ ਇਹਨਾਂ ਦੀ ਤਾਂ ਆਪਸ ਵਿੱਚ ਹੀ ਨਹੀਂ ਬਣ ਰਹੀ, ਇਹ ਤਾਂ ਆਪਸੀ ਫੁੱਟ ਦਾ ਸ਼ਿਕਾਰ ਹੋ ਰਹੇ ਹਨ, ਅਤੇ ਕਿਉਂ ਨਾ ਮੈਂ ਇਹਨਾਂ ਦੀ ਇਸ ਆਪਸੀ ਫੁੱਟ ਦਾ ਫਾਇਦਾ ਚੁੱਕਾਂ ਅਤੇ ਮੈਂ ਇਹਨਾਂ ਦੇ ਉੱਤੇ ਕਬਜ਼ਾ ਕਰ ਲਾਂ ਅਤੇ ਉੱਥੋਂ ਦਾ ਕੀ ਹੈ ਸਾਰਾ ਰਾਜ ਜਿਹੜਾ ਉਹ ਹੜਪ ਲਾਂ। ਕਾਫੀ ਸਾਰੇ ਰਾਜ ਜਿਹੜੇ ਹੈਗੇ ਨੇ ਸਿਕੰਦਰ ਦੇ ਅਧੀਨ ਹੋ ਗਏ। ਠੀਕ ਹੈ, ਸਿਕੰਦਰ ਨੇ ਉਹਨਾਂ ਉੱਪਰ ਕਬਜ਼ਾ ਕਰ ਲਿਆ, ਪਰ ਜਿਹੜਾ ਪੋਰਸ ਰਾਜਾ ਸੀ, ਜਦ ਉਸ ਕੋਲ ਦੂਤ ਭੇਜਿਆ, ਸਿਕੰਦਰ ਨੇ ਆਪਣਾ ਦੂਤ ਭੇਜਿਆ ਕਿ ਜਾ ਕੇ ਉਹਨਾਂ ਨੂੰ ਸੁਨੇਹਾ ਦਿਓ ਕਿ ਉਹ ਕੀ ਹੈ ਮੇਰੇ ਗੁਲਾਮ ਬਣ ਜਾਣ ਅਤੇ ਮੇਰੀ ਜਿਹੜੀ ਹੈ ਮੇਰੇ ਅਧੀਨ ਹੋ ਜਾਣ। ਤਾਂ ਰਾਜਾ ਸਿਕੰਦਰ ਨੇ ਅੱਗੋਂ ਕੀ ਮੈਸੇਜ ਦਿੱਤਾ, ਠੀਕ ਹੈ, ਕਿਸ ਤਰ੍ਹਾਂ ਉਹਨਾਂ ਨੇ ਸਿਕੰਦਰ ਦਾ ਵੀ ਦਿਲ ਜਿੱਤ ਲਿਆ, ਅਰਥਾਤ ਸਿਕੰਦਰ ਨੂੰ ਵੀ ਬਹੁਤ ਜ਼ਿਆਦਾ ਆਪਣੇ ਵਿਅਕਤੀਤਵ ਤੋਂ, ਆਪਣੇ ਚੰਗੇ ਕੰਮਾਂ ਤੋਂ ਪ੍ਰਭਾਵਿਤ ਕੀਤਾ, ਆਪਣੀ ਹਿੰਮਤ ਬਹਾਦਰੀ ਤੋਂ ਕੀ ਹੈ ਪ੍ਰਭਾਵਿਤ ਕੀਤਾ ਉਹਨਾਂ ਨੇ। ਤਾਂ ਬੱਚੋ ਇਹ ਹੈਗੀ ਹੈ ਸਿਕੰਦਰ ਤੇ ਪੋਰਸ ਦੀ ਕਹਾਣੀ। ਸੋ ਅਸੀਂ ਕੀ ਹੈ ਪੜ੍ਹਨ ਜਾ ਰਹੇ ਹਾਂ, ਮੈਂ ਇਸ ਦੀ ਵਿਆਖਿਆ ਤੁਹਾਡੇ ਸਾਹਮਣੇ ਕਰ ਰਹੀ ਹਾਂ। ਭਾਰਤ ਦੀ ਵਿਸ਼ੇਸ਼ਤਾ ਹੈ ਕਿ ਭਾਰਤੀਆਂ ਤੇ ਜਿਨ੍ਹਾਂ ਨੇ ਵੀ ਹਮਲਾ ਕੀਤਾ ਉਹ ਭਾਰਤੀਆਂ ਦੀ ਬਹਾਦਰੀ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕੇ। ਜਿਹੜੇ ਵੀ ਬਾਹਰਲੇ ਕੋਈ ਵੀ ਦੇਸ਼ ਦੇ ਰਾਜਾ ਲੋਕ ਸੀ ਜਾਂ ਕੋਈ ਵੀ ਇਨਸਾਨ ਮਹਾਨ, ਜਿਹੜਾ ਵੀ ਕੋਈ ਸਰਦਾਰ ਸੀ ਜਾਂ ਕੋਈ ਸ਼ਕਤੀਸ਼ਾਲੀ ਰਾਜਾ ਸੀ, ਜਿਸ ਨੇ ਵੀ ਭਾਰਤ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਭਾਰਤੀਆਂ ਦੀ ਕਾਫੀ ਸਾਰੇ ਭਾਰਤੀ ਰਾਜੇ ਜਾਂ ਭਾਰਤੀ ਇਨਸਾਨ ਇਹੋ ਜਿਹੇ ਸੀ ਕਿ ਉਹਨਾਂ ਦੀ ਬਹਾਦਰੀ ਤੋਂ ਪ੍ਰਭਾਵਿਤ ਹੋਏ ਬਿਨਾਂ ਉਹ ਬਾਹਰਲੇ ਰਾਜ ਨਹੀਂ ਰਹਿ ਸਕੇ। ਹਾਂਜੀ, ਉਸ ਵੇਲੇ ਭਾਰਤ ਜਿਸ ਵੇਲੇ ਦੀ ਇਹ ਕਹਾਣੀ ਹੈ, ਉਸ ਵੇਲੇ ਭਾਰਤ ਕਈ ਛੋਟੇ ਛੋਟੇ ਰਾਜਿਆਂ ਵਿੱਚ ਵੰਡਿਆ ਹੋਇਆ ਸੀ। ਛੋਟੇ ਛੋਟੇ ਰਾਜੇ ਆਪਣੀ ਆਪਣੀ ਡਫਲੀ ਵਜਾ ਰਹੇ ਸਨ। ਕਹਿਣ ਦਾ ਮਤਲਬ ਕਿ ਉਹ ਆਪਣਾ ਜਿਹੜਾ ਹੈ ਰਾਜ ਪਾਠ ਸੰਭਾਲ ਰਹੇ ਸਨ, ਆਪਣੇ ਹੀ ਰਾਜ ਨੂੰ ਕੀ ਹੈ ਉੱਚਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਆਪਣੇ ਵਿੱਚ ਬਿਜ਼ੀ ਸਨ, ਉਹਨਾਂ ਨੂੰ ਹੋਰ ਕਿਸੇ ਤੋਂ ਕੋਈ ਲੈਣਾ ਦੇਣਾ ਨਹੀਂ ਸੀ। ਕਹਿੰਦੇ ਹਨ ਕਿ ਘਰ ਨੂੰ ਬਰਬਾਦ ਕਰਨ ਲਈ ਘਰ ਦੀ ਫੁੱਟ ਹੀ ਕਾਫੀ ਹੁੰਦੀ ਹੈ। ਇਹ ਬਿਲਕੁਲ ਸਹੀ ਕਹਾਵਤ ਹੈ ਕਿ ਘਰ ਅਗਰ ਬਰਬਾਦ ਹੁੰਦਾ ਤਾਂ ਉਹ ਘਰ ਦੇ ਬੰਦੇ ਕਾਰਨ ਹੀ ਹੁੰਦਾ ਹੈ। ਜਿਵੇਂ ਕਿ ਤੁਸੀਂ ਰਾਮਾਇਣ ਦੇ ਵਿੱਚ ਸਭ ਨੇ ਸੁਣਿਆ ਹੋਏਗਾ ਜਾਂ ਦੇਖਿਆ ਹੋਏਗਾ ਕਿ ਰਾਵਣ ਦਾ ਨਾਸ਼ ਕਰਨ ਵਿੱਚ, ਰਾਵਣ ਦੀ ਲੰਕਾ ਦਾ ਨਾਸ਼ ਕਰਨ ਵਿੱਚ ਉਸਦੇ ਹੀ ਭਾਈ ਅਰਥਾਤ ਉਸਦੇ ਹੀ ਬ੍ਰਦਰ ਵਿਭੀਸ਼ਣ ਦਾ ਹੱਥ ਹੈ। ਵਿਭੀਸ਼ਣ ਜਿਹੜਾ ਸੀ ਉਹਨੇ ਕੀ ਹੈ ਸ਼੍ਰੀ ਰਾਮ ਜੀ ਕੋਲ ਜਾ ਕੇ ਲੰਕਾ ਦੇ ਸਾਰੇ ਭੇਦ ਦੱਸ ਦਿੱਤੇ ਸਨ, ਜਿਸ ਕਾਰਨ ਲੰਕਾ ਉੱਤੇ ਚੜ੍ਹਾਈ ਕੀਤੀ ਗਈ ਅਤੇ ਲੰਕਾ ਨੂੰ ਕੀ ਹੈ ਇੱਕ ਤਰ੍ਹਾਂ ਨਾਲ ਨਸ਼ਟ ਕੀਤਾ ਗਿਆ ਅਤੇ ਰਾਵਣ ਦੀ ਮੌਤ ਹੋ ਗਈ ਸੀ। ਅਤੇ ਕਹਿੰਦੇ ਨਾ ਘਰ ਕਾ ਭੇਦੀ ਲੰਕਾ ਢਾਈ, ਤਾਂ ਉਹੀ ਚੀਜ਼ ਹੈ ਕਿ ਆਪਸੀ ਫੁੱਟ ਜਿਹੜੀ ਹੈਗੀ ਹੈ ਉਹ ਘਰ ਨੂੰ ਕੀ ਬਰਬਾਦ ਕਰ ਦਿੰਦੀ ਹੈ। ਠੀਕ ਹੈ, ਘਰ ਦਾ ਹੀ ਕੋਈ ਇਹੋ ਜਿਹਾ ਇਨਸਾਨ ਹੁੰਦਾ ਜਾਂ ਘਰ ਦੇ ਵਿੱਚ ਅਗਰ ਆਪਸੀ ਫੁੱਟ ਦਾ ਮਤਲਬ ਇਹ ਹੈ ਕਿ ਘਰ ਦੇ ਵਿੱਚ ਅਗਰ ਲੜਾਈ ਝਗੜਾ ਰਹਿਣ ਲੱਗ ਜੇ ਤਾਂ ਦੂਸਰਾ ਬਾਹਰ ਵਾਲਾ ਉਸ ਚੀਜ਼ ਦਾ ਕੀ ਹੈ ਫਾਇਦਾ ਚੁੱਕਦਾ ਹੈ ਕਿ ਦੇਖੋ ਇਹਨਾਂ ਦੀ ਆਪਸ ਵਿੱਚ ਨਹੀਂ ਬਣ ਰਹੀ, ਤਾਂ ਹੁਣ ਹੋ ਸਕਦਾ ਕਿ ਮੈਂ ਇਹਨਾਂ ਨੂੰ ਕੁਛ ਨਾ ਕੁਛ ਕਰਕੇ ਜਾਂ ਇਹਨਾਂ 'ਤੇ ਕਬਜ਼ਾ ਕਰ ਲਵਾਂਗਾ, ਇਹਨਾਂ ਨੂੰ ਕਿ ਆਪਣੇ ਅਧੀਨ ਕਰ ਲਵਾਂਗਾ। ਤਾਂ ਸਾਡੀ ਭਾਰਤੀਆਂ ਦੀ ਆਪਸੀ ਫੁੱਟ ਦਾ ਇਹ ਸਦਕਾ ਸੀ ਕਿ ਅਸੀਂ ਇੰਨੇ ਸਾਲ ਅੰਗਰੇਜ਼ਾਂ ਦੇ ਗੁਲਾਮ ਰਹੇ ਸੀ। ਠੀਕ ਹੈ, ਕਿਉਂਕਿ ਅਸੀਂ ਆਪਸ ਦੇ ਵਿੱਚ ਰਲ ਮਿਲ ਕੇ ਨਹੀਂ ਰਹਿ ਰਹੇ ਸੀ। ਹਾਂਜੀ, ਤਾਂ ਇੱਕ ਇਹੀ ਭਾਰਤ ਵਿੱਚ ਵੀ ਹੋ ਰਿਹਾ ਸੀ। ਭਾਰਤੀ ਆਪਸੀ ਫੁੱਟ ਦਾ ਸ਼ਿਕਾਰ ਹੋ ਚੁੱਕੇ ਸਨ। ਇਸ ਫੁੱਟ ਦਾ ਲਾਭ ਉਠਾਉਣ ਲਈ ਸਿਕੰਦਰ, ਜੋ ਕਿ ਯੂਨਾਨ ਦਾ ਇੱਕ ਸ਼ਕਤੀਸ਼ਾਲੀ ਰਾਜਾ ਸੀ, ਉਸਨੇ ਭਾਰਤ ਵੱਲ ਮੁਹਾਰਾ ਮੋੜ ਦਿੱਤੀਆਂ, ਅਰਥਾਤ
ਜਦੋਂ ਉਸਨੇ ਸੁਣਿਆ ਕਿ ਭਾਰਤ ਦੇ ਵਿੱਚ ਤਾਂ ਆਪਸੀ ਜਿਹੜੀ ਹੈਗੀ ਹੈ ਫੁੱਟ ਚੱਲ ਰਹੀ ਹੈ, ਤਾਂ ਉਸਨੇ ਕੀ ਹੈ ਭਾਰਤ ਵਿੱਚ ਮੁਹਾਰਾ ਮੋੜ ਦਿੱਤੀਆਂ, ਅਰਥਾਤ ਉੱਧਰ ਨੂੰ ਫੌਜਾਂ ਦਾ ਮੂੰਹ ਕਰ ਦਿੱਤਾ। ਆਪਣੇ ਸੈਨਿਕਾਂ ਨੂੰ, ਆਪਣੀ ਫੌਜਾਂ ਨੂੰ ਕਹਿ ਦਿੱਤਾ ਕਿ ਚਲੋ ਆਪਾਂ ਕੀ ਹੈ ਹੁਣ ਭਾਰਤ ਉੱਪਰ ਕਬਜ਼ਾ ਕਰਾਂਗੇ। ਉਹ ਛੋਟੇ ਛੋਟੇ ਦੇਸ਼ਾਂ ਨੂੰ ਪਹਿਲਾਂ ਹੀ ਜਿੱਤ ਚੁੱਕਿਆ ਸੀ। ਉਹ ਛੋਟੇ ਛੋਟੇ ਦੇਸ਼ ਜਿਹੜੇ ਸੀਗੇ ਭਾਰਤ ਤੋਂ ਪਹਿਲਾਂ ਜਿਹੜੇ ਦੇਸ਼ ਸੀ ਉਹਨਾਂ ਨੂੰ ਪਹਿਲਾਂ ਹੀ ਉਹ ਜਿੱਤ ਚੁੱਕਿਆ ਸੀ। ਬਹੁਤ ਸਾਰੇ ਦੇਸ਼ਾਂ ਨੇ ਤਾਂ ਉਸ ਤੋਂ ਡਰਦੇ ਮਾਰੇ ਹੀ ਉਸ ਦੀ ਅਧੀਨਗੀ ਸਵੀਕਾਰ ਕਰ ਲਈ ਸੀ। ਬਹੁਤ ਸਾਰੇ ਤਾਂ ਇਹੋ ਜਿਹੇ ਦੇਸ਼ ਸੀ ਜਿਹੜੇ ਕਿ ਸਿਕੰਦਰ ਤੋਂ ਡਰਦੇ ਸੀ ਕਿ ਇਸ ਦੀ ਸੈਨਾ ਬਹੁਤ ਵੱਡੀ ਹੈ ਅਤੇ ਇਹ ਬਹੁਤ ਹੀ ਸ਼ਕਤੀਸ਼ਾਲੀ ਰਾਜਾ ਹੈ, ਤਾਂ ਬਿਨਾਂ ਉਹਦੇ ਨਾਲ ਲੜਾਈ ਝਗੜਾ ਕੀਤੇ ਜਾਂ ਲੜਾਈ ਜਾਂ ਯੁੱਧ ਕੀਤੇ ਆਪਣੀ ਅਧੀਨਗੀ ਹੀ ਸਵੀਕਾਰ ਕਰ ਲਈ, ਅਰਥਾਤ ਆਪਣੇ ਆਪ ਨੂੰ ਉਹਨਾਂ ਦਾ ਗੁਲਾਮ ਮੰਨ ਲਿਆ ਸੀ। ਇੰਨੇ ਦੇਸ਼ਾਂ ਦੁਆਰਾ ਅਧੀਨਗੀ ਸਵੀਕਾਰ ਕਰਨ 'ਤੇ ਸਿਕੰਦਰ ਦਾ ਹੌਸਲਾ ਖੁੱਲ੍ਹ ਗਿਆ। ਸਿਕੰਦਰ ਨੂੰ ਇਹ ਮਹਿਸੂਸ ਹੋਇਆ ਕਿ ਮੈਥੋਂ ਤਾਂ ਸ਼ਕਤੀਸ਼ਾਲੀ ਕੋਈ ਹੋ ਹੀ ਨਹੀਂ ਸਕਦਾ, ਠੀਕ ਹੈ। ਉਹਦਾ ਹੌਸਲਾ ਵੱਧ ਗਿਆ, ਤਾਂ ਉਹਨੇ ਸੋਚਿਆ ਕਿ ਮੈਂ ਹੁਣ ਭਾਰਤ ਦੀ ਧਰਤੀ 'ਤੇ ਜਾਵਾਂਗਾ। ਉਸਨੇ ਭਾਰਤ ਨੂੰ ਜਿੱਤਣ ਲਈ ਭਾਰਤ ਦੀ ਧਰਤੀ 'ਤੇ ਹਮਲੇ ਦਾ ਬਿਗਲ ਵਜਾ ਦਿੱਤਾ। ਬਿਗਲ ਮੀਨਸ ਇੱਕ ਤਰ੍ਹਾਂ ਦਾ ਨਗਾੜਾ ਵਜਾ ਦਿੱਤਾ, ਅਰਥਾਤ ਉਸਨੇ ਕੀ ਹੈ ਬਿਗਲ ਵਜਾਉਣਾ ਸ਼ੁਰੂਆਤੀ ਕਰਨਾ, ਇੱਕ ਤਰ੍ਹਾਂ ਦਾ ਵੈਸੇ ਨਗਾੜਾ ਹੁੰਦਾ, ਸ਼ੁਰੂਆਤ ਕਰ ਦਿੱਤੀ ਕਿ ਹਾਂ ਹੁਣ ਮੈਂ ਭਾਰਤ ਨੂੰ ਕੀ ਆਪਣੇ ਕਬਜ਼ੇ 'ਚ ਕਰਾਂਗਾ। ਇਸ ਬਿਗਲ ਦਾ ਅਜਿਹਾ ਅਸਰ ਹੋਇਆ ਕਿ ਭਾਰਤ ਦੇ ਛੋਟੇ ਛੋਟੇ ਰਾਜੇ ਵੀ ਸਿਕੰਦਰ ਦੀ ਦਹਿਸ਼ਤ ਅੱਗੇ ਗੋਡੇ ਟੇਕਣ ਲੱਗੇ, ਅਰਥਾਤ ਇਸ ਬਿਗਲ ਦਾ ਮੀਨਿੰਗ ਹੋਈ ਸ਼ੁਰੂਆਤ ਕਰਨੀ, ਠੀਕ ਹੈ। ਤਾਂ ਇਸ ਦਾ ਇਹ ਅਸਰ ਹੋਇਆ ਕਿ ਜਿਹੜੇ ਭਾਰਤ ਦੇ ਛੋਟੇ ਛੋਟੇ ਰਾਜ ਵੀ ਸਿਕੰਦਰ ਦੀ ਦਹਿਸ਼ਤ ਮੀਨਸ ਉਸ ਦਾ ਡਰ, ਉਸਦੇ ਡਰ ਦੇ ਅੱਗੇ ਆਪਣੀ ਹਾਰ ਸਵੀਕਾਰ ਕਰਨ ਲੱਗ ਪਏ। ਗੋਡੇ ਟੇਕਣੇ, ਹਾਰ ਸਵੀਕਾਰ ਕਰਨਾ ਕਿ ਅਸੀਂ ਕੀ ਹਾਰ ਮੰਨਦੇ ਹਾਂ ਅਤੇ ਅਸੀਂ ਆਪਣਾ ਰਾਜ ਜਿਹੜਾ ਹੈ ਤੁਹਾਨੂੰ ਸੌਂਪਦੇ ਹਾਂ। ਉਸ ਵੇਲੇ ਪੁਰੂ ਰਾਜ ਵਿੱਚ ਰਾਜੇ ਪੋਰਸ ਦਾ ਰਾਜ ਸੀ। ਭਾਰਤ ਦੇ ਪੁਰੂ ਰਾਜ ਦੇ ਵਿੱਚ ਰਾਜਾ ਪੋਰਸ ਰਹਿੰਦਾ ਸੀ। ਪੋਰਸ ਇੱਕ ਬਹਾਦਰ, ਦਲੇਰ ਅਤੇ ਨਿਆਂਕਾਰੀ ਰਾਜਾ ਸੀ। ਬਹਾਦਰ ਮੀਨਸ ਬੜਾ ਹੀ ਬਹਾਦਰ ਸੀ, ਦਲੇਰ ਕਿ ਉਹ ਕਿਸੇ ਤੋਂ ਡਰਦਾ ਨਹੀਂ ਸੀ, ਅਤੇ ਨਿਆਂਕਾਰੀ ਹਮੇਸ਼ਾ ਸਭ ਦੀ ਸਹਾਇਤਾ ਕਰਦਾ ਸੀ, ਨਿਆਂ ਕਰਦਾ ਸੀ ਸਭ ਨਾਲ, ਕਿਸੇ ਵੀ ਨਾਲ ਕੀ ਅਨਿਆਏ ਨਹੀਂ ਹੋਣ ਦਿੰਦਾ ਸੀ। ਜਦੋਂ ਉਸਨੂੰ ਪਤਾ ਲੱਗਾ ਕਿ ਸਿਕੰਦਰ ਭਾਰਤ ਵੱਲ ਵੱਧ ਰਿਹਾ ਹੈ, ਜਦੋਂ ਉਸਨੇ ਮਹਿਸੂਸ ਕੀਤਾ ਜਾਂ ਉਹਨੂੰ ਪਤਾ ਲੱਗਾ ਕਿ ਸਿਕੰਦਰ ਜਿਹੜਾ ਹੈਗਾ ਉਹ ਭਾਰਤ ਵੱਲ ਨੂੰ ਆ ਰਿਹਾ ਹੈ, ਤਾਂ ਉਸਨੇ ਆਪਣੇ ਅਮੀਰਾਂ ਵਜ਼ੀਰਾਂ ਨਾਲ ਸਲਾਹ ਕੀਤੀ, ਅਰਥਾਤ ਉਸਨੇ ਆਪਣੀ ਜਿਹੜੀ ਸਭਾ ਬੁਲਾਈ ਸਾਰੀ, ਉਹਦੇ ਵਿੱਚ ਜਿੰਨੇ ਵੀ ਮੈਂਬਰ ਸੀ, ਵਜ਼ੀਰ ਵਗੈਰਾ ਸੀ, ਉਹਨਾਂ ਨਾਲ ਸਾਰਿਆਂ ਨਾਲ ਸਲਾਹ ਕੀਤੀ। ਉਸਨੇ ਆਪਣੇ ਸੈਨਾਪਤੀਆਂ ਨਾਲ ਸਲਾਹ ਕੀਤੀ, ਉਹਦੇ ਜਿਹੜੇ ਸੈਨਾਪਤੀ ਸੀ, ਸੈਨਾ ਦੇ ਜਿਹੜੇ ਹੈੱਡ ਹੁੰਦੇ ਨੇ, ਉਹਨਾਂ ਨਾਲ ਵੀ ਕੀ ਹੈ ਸਲਾਹ ਕੀਤੀ। ਸਭ ਨੇ ਇਹੋ ਕਿਹਾ ਕਿ ਸਾਨੂੰ ਸਿਕੰਦਰ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ, ਅਰਥਾਤ ਸਾਨੂੰ ਉਸ ਤੋਂ ਡਰਨਾ ਨਹੀਂ ਚਾਹੀਦਾ। ਸਭ ਨੇ ਇਹੀ ਕਿਹਾ ਕਿ ਅਸੀਂ ਉਸਦਾ ਡਟ ਕੇ ਮੁਕਾਬਲਾ ਕਰਾਂਗੇ। ਇਹੀ ਤਾਂ ਪੋਰਸ ਚਾਹੁੰਦਾ ਸੀ। ਉਹ ਦੇਖਣਾ ਚਾਹੁੰਦਾ ਸੀ ਕਿ ਉਸ ਦੇ ਸੈਨਾਪਤੀਆਂ ਵਿੱਚ ਕਿੰਨਾ ਕੁ ਹੌਸਲਾ ਹੈ, ਅਰਥਾਤ ਉਹ ਦੇਖਣਾ ਚਾਹੁੰਦਾ ਸੀ ਕਿ ਮੇਰੇ ਜਿਹੜੇ ਸੈਨਾਪਤੀ ਨੇ ਉਹ ਹੌਸਲੇ ਵਾਲੇ ਹੈਗੇ ਨੇ ਜਾਂ ਸਿਕੰਦਰ ਤੋਂ ਡਰ ਕੇ ਹੀ ਬੈਠ ਗਏ ਨੇ। ਹਾਲੇ ਉਹ ਵਿਚਾਰ ਕਰ ਹੀ ਰਿਹਾ ਸੀ ਕਿ ਸਿਕੰਦਰ ਦਾ ਇੱਕ ਵਿਸ਼ੇਸ਼ ਦੂਤ ਸਿਕੰਦਰ ਦਾ ਪੈਗਾਮ ਲੈ ਕੇ ਪੋਰਸ ਦੇ ਦਰਬਾਰ ਵਿੱਚ ਆਇਆ। ਹਜੇ ਤਾਂ ਉਹ ਸਿਰਫ ਕੀ ਹੈ ਇਹਨਾਂ ਗੱਲਾਂ ਦੇ ਬਾਰੇ ਸੋਚ ਹੀ ਰਿਹਾ ਸੀ, ਤਾਂ ਇੰਨੇ ਨੂੰ ਸਿਕੰਦਰ ਦਾ ਇੱਕ ਵਿਸ਼ੇਸ਼ ਦੂਤ ਹੁੰਦਾ ਕੋਈ ਇਨਸਾਨ ਜਿਹੜਾ ਮੈਸੇਜ ਲੈ ਕੇ ਜਿਸ ਨੂੰ ਕੀ ਹੈ ਭੇਜਿਆ ਜਾਂਦਾ, ਕਿਉਂਕਿ ਪਹਿਲਾਂ ਕੋਈ ਫੋਨ ਵਗੈਰਾ ਕੁਛ ਨਹੀਂ ਹੁੰਦਾ ਸੀ, ਤਾਂ ਸਿਰਫ ਇੱਕ ਪਰਸਨ ਹੁੰਦਾ ਸੀ, ਇਨਸਾਨ ਹੁੰਦਾ ਸੀ ਜਿਸ ਨੂੰ ਕੀ ਹੈ ਕੋਈ ਵੀ ਮੈਸੇਜ ਲੈ ਕੇ ਭੇਜਿਆ ਜਾਂਦਾ ਸੀ। ਹਾਂਜੀ, ਤਾਂ ਉਹ ਪੈਗਾਮ ਮੀਨਸ ਉਸਦਾ ਸੁਨੇਹਾ ਜਾਂ ਮੈਸੇਜ ਲੈ ਕੇ ਪੋਰਸ ਦੇ ਦਰਬਾਰ ਵਿੱਚ ਆਇਆ। ਉਸਨੇ ਸਭ ਤੋਂ ਪਹਿਲਾਂ ਰਾਜੇ ਪੋਰਸ ਅੱਗੇ ਸਿਰ ਝੁਕਾ ਕੇ ਨਮਸਕਾਰ ਕੀਤੀ ਅਤੇ ਫਿਰ ਕਹਿਣ ਲੱਗਾ, ਮਹਾਰਾਜ ਮੈਂ ਮਹਾਨ ਸਿਕੰਦਰ ਦਾ ਦੂਤ ਹਾਂ, ਅਰਥਾਤ ਮੈਂ ਮਹਾਨ ਸਿਕੰਦਰ ਦਾ ਜਿਹੜਾ ਦੂਤ ਹਾਂ, ਦੂਤ ਮੀਨਸ ਸੁਨੇਹਾ ਦੇਣ ਵਾਲਾ, ਮੈਸੇਜ ਦੇਣ ਵਾਲਾ, ਠੀਕ ਹੈ। ਮੈਂ ਆਪਣੇ ਮਾਲਕ ਦਾ ਵਿਸ਼ੇਸ਼ ਪੈਗਾਮ ਲੈ ਕੇ ਆਇਆ ਹੈ। ਮੈਂ ਆਪਣੇ ਮਾਲਕ ਦਾ ਜਿਹੜਾ ਹੈ ਵਿਸ਼ੇਸ਼ ਖਾਸ ਪੈਗਾਮ ਮੀਨਸ ਸੁਨੇਹਾ ਤੁਹਾਡੇ ਲਈ ਲੈ ਕੇ ਆਇਆ ਹਾਂ, ਤੁਹਾਡੀ ਸੇਵਾ ਵਿੱਚ ਹਾਜ਼ਰ ਹੋਇਆ ਹਾਂ। ਮੇਰੇ ਮਾਲਕ ਚਾਹੁੰਦੇ ਹਨ ਕਿ ਜਿਵੇਂ ਬਾਕੀ ਰਾਜਿਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ, ਅਰਥਾਤ ਮੇਰੇ ਮਾਲਕ ਮੀਨਸ ਮੇਰੇ ਰਾਜਾ ਸਿਕੰਦਰ, ਠੀਕ ਹੈ, ਚਾਹੁੰਦੇ ਹਨ ਕਿ ਜਿਵੇਂ ਬਾਕੀ ਰਾਜਿਆਂ ਨੇ ਆਤਮ ਸਮਰਪਣ ਅਰਥਾਤ ਆਪਣੇ ਆਪ ਨੂੰ ਕੀ ਹੈ ਆਤਮ ਸਮਰਪਣ ਕਰ ਦੇਣਾ, ਅਰਥਾਤ ਆਪਣੇ ਆਪ ਨੂੰ ਅਧੀਨ ਕਰ ਦੇਣਾ, ਅਰਥਾਤ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿੱਤਾ। ਜਿਵੇਂ ਬਾਕੀ ਰਾਜਿਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ, ਇਸੇ ਤਰ੍ਹਾਂ ਤੁਸੀਂ ਵੀ ਬਿਨਾਂ ਕਿਸੇ ਖੂਨ ਖਰਾਬੇ ਦੇ ਆਪਣੇ ਆਪ ਨੂੰ ਰਾਜੇ ਸਿਕੰਦਰ ਅੱਗੇ ਸਮਰਪਣ ਕਰ ਦਿਓ, ਅਰਥਾਤ ਲੜਾਈ ਝਗੜੇ ਵਿੱਚ ਕੁਛ ਨਹੀਂ ਰੱਖਿਆ।
ਠੀਕ ਹੈ। ਲੜਾਈ ਝਗੜੇ ਤੁਹਾਡੀ ਹਾਰ ਹੀ ਹੋਏਗੀ, ਜੋ ਯੁੱਧ ਦੇ ਵਿੱਚ ਖੂਨ ਖਰਾਬਾ ਹੋਏਗਾ। ਇਸ ਲਈ ਬਿਨਾਂ ਖੂਨ ਖਰਾਬੇ ਤੋਂ ਤੁਸੀਂ ਆਪਣੇ ਆਪ ਨੂੰ ਸਿਕੰਦਰ ਦੇ ਹਵਾਲੇ, ਇੱਕ ਤਰ੍ਹਾਂ ਨਾਲ ਹਵਾਲੇ ਕਰ ਦਿਓ, ਸਮਰਪਣ ਕਰ ਦਿਓ। ਇੱਕ ਹੋਰ ਦੱਸ ਦੇਵਾਂ ਕਿ ਗੰਧਾਰ ਰਾਜ ਦੇ ਰਾਜੇ ਅੰਬੀ ਨੇ ਵੀ ਆਤਮ ਸਮਰਪਣ ਕਰ ਦਿੱਤਾ ਹੈ। ਅਰਥਾਤ ਇੱਕ ਗੰਧਾਰ ਦਾ ਜਿਹੜਾ ਰਾਜਾ ਅੰਬੀ ਸੀ, ਉਹਨੇ ਵੀ ਆਪਣੇ ਆਪ ਨੂੰ ਸਿਕੰਦਰ ਦੇ ਅਧੀਨ ਕਰ ਦਿੱਤਾ ਹੈ। ਰਾਜੇ ਅੰਬੀ ਦੇ ਆਤਮ ਸਮਰਪਣ ਬਾਰੇ ਸੁਣ ਕੇ ਰਾਜੇ ਪੋਰਸ ਨੂੰ ਉਸ ਦੀ ਕਾਇਰਤਾ 'ਤੇ ਦੁੱਖ ਵੀ ਹੋਇਆ ਅਤੇ ਗੁੱਸਾ ਵੀ ਆਇਆ। ਰਾਜੇ ਪੋਰਸ ਨੂੰ ਬੜਾ ਹੀ ਕੀ ਹੈ, ਰਾਜੇ ਅੰਬੀ ਦੀ ਕਾਇਰਤਾ ਕੀ, ਬੜਾ ਹੀ ਕਾਇਰ ਨਿਕਲਿਆ। ਨਾ ਕੋਈ ਯੁੱਧ ਕੀਤਾ, ਬਿਨਾਂ ਯੁੱਧ ਕਰਨ ਤੋਂ ਹੀ ਕੀ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ। ਠੀਕ ਹੈ। ਉਸ ਦੀ ਕਾਇਰਤਾ 'ਤੇ ਦੁੱਖ ਵੀ ਹੋਇਆ ਅਤੇ ਬੜਾ ਗੁੱਸਾ ਵੀ ਆਇਆ। ਰਾਜਾ ਪੋਰਸ ਇਹ ਸੋਚ ਰਿਹਾ ਸੀ ਕਿ ਇਹੋ ਜਿਹੀ ਕਾਇਰਤਾ ਵਾਲੀ ਜ਼ਿੰਦਗੀ ਜਿਉਣ ਨਾਲੋਂ ਤਾਂ ਮਰ ਜਾਣਾ ਚੰਗਾ ਹੈ। ਇਹ ਬਿਲਕੁਲ ਸਹੀ ਹੈ ਬੱਚੋ। ਸਾਨੂੰ ਕਦੇ ਵੀ ਕਾਇਰ ਬਣ ਕੇ ਡਰ ਕੇ ਨਹੀਂ ਰਹਿਣਾ ਚਾਹੀਦਾ। ਹਰ ਚੁਣੌਤੀ ਦਾ ਕੀ ਹੈ, ਖੁੱਲ੍ਹ ਕੇ ਡਟ ਕੇ ਸਾਹਮਣਾ ਕਰਨਾ ਚਾਹੀਦਾ। ਕੋਈ ਵੀ ਚੁਣੌਤੀ ਸਾਡੇ ਸਾਹਮਣੇ ਕਿਉਂ ਨਾ ਹੋਵੇ, ਕੋਈ ਵੀ ਕਿਸੇ ਤਰ੍ਹਾਂ ਦੀ ਘੜੀ ਵੀ ਸਾਡੇ ਸਾਹਮਣੇ ਕਿਉਂ ਨਾ ਹੋਵੇ, ਦੁੱਖ ਦੀ ਘੜੀ ਹੋਵੇ, ਪਰੇਸ਼ਾਨੀ ਹੋਵੇ, ਸਾਨੂੰ ਉਸ ਤੋਂ ਘਬਰਾਉਣਾ ਨਹੀਂ ਚਾਹੀਦਾ, ਡਰਨਾ ਨਹੀਂ ਚਾਹੀਦਾ। ਉਸ ਦਾ ਕੀ ਹੈ, ਡਟ ਕੇ ਸਾਹਮਣਾ ਕਰਨਾ ਚਾਹੀਦਾ। ਅਤੇ ਇਹੀ ਗੱਲ ਰਾਜੇ ਪੋਰਸ ਨੇ ਕਹੀ ਕਿ ਅਗਰ ਤੁਸੀਂ ਕਾਇਰ ਬਣ ਕੇ ਜ਼ਿੰਦਗੀ ਜੀ ਰਹੇ ਹੋ ਤਾਂ ਇਸ ਨਾਲੋਂ ਤਾਂ ਕੀ ਹੈ, ਮਰਨਾ ਹੀ ਬਿਹਤਰ ਹੈ। ਉਸ ਵੇਲੇ ਰਾਜੇ ਪੋਰਸ ਵਿੱਚ ਇੰਨਾ ਜੋਸ਼ ਪਤਾ ਨਹੀਂ ਕਿੱਥੋਂ ਆ ਗਿਆ। ਉਸਨੇ ਸੋਚਿਆ, ਦੂਤ ਆਪਣੇ ਰਾਜੇ ਸਿਕੰਦਰ ਨੂੰ ਜਾ ਕੇ ਕਹੋ। ਉਸਨੇ ਕੀ ਹੈ, ਦੂਤ ਨੂੰ ਕਿਹਾ ਕਿ ਦੂਤ ਜਾਓ ਆਪਣੇ ਰਾਜੇ ਸਿਕੰਦਰ ਨੂੰ ਜਾ ਕੇ ਕਹੋ, ਪੋਰਸ ਹੋਰਨਾਂ ਵਰਗਾ ਕਾਇਰ ਰਾਜਾ ਨਹੀਂ ਹੈ, ਕਿ ਪੋਰਸ ਜਿਹੜਾ ਹੈ ਹੋਰ ਰਾਜਿਆਂ ਵਰਗਾ ਕਾਇਰ ਨਹੀਂ ਹੈ। ਇਹ ਆਪਣੇ ਦੇਸ਼ ਦੀ ਰਖਵਾਲੀ ਕਰਨੀ ਜਾਣਦਾ ਹੈ। ਅਰਥਾਤ ਪੋਰਸ ਜਿਹੜਾ ਹੈ ਆਪਣੇ ਆਪ ਨੂੰ ਉਹ ਕਹਿ ਰਿਹਾ ਹੈ ਕਿ ਮੈਂ ਆਪਣੇ ਦੇਸ਼ ਦੀ ਰਖਵਾਲੀ ਕਰਨੀ ਜਾਣਦਾ ਹਾਂ। ਇਸ ਨੂੰ ਆਪਣੇ ਦੇਸ਼ ਲਈ ਜਾਨ ਵੀ ਦੇਣੀ ਪਈ ਤਾਂ ਪਿੱਛੇ ਨਹੀਂ ਹਟੇਗਾ। ਅਰਥਾਤ ਮੈਨੂੰ ਆਪਣੇ ਦੇਸ਼ ਲਈ ਅਗਰ ਜਾਨ ਵੀ ਦੇਣੀ ਪਈ ਤਾਂ ਮੈਂ ਕਦੇ ਵੀ ਪਿੱਛੇ ਨਹੀਂ ਹਟਾਂਗਾ। ਅਸੀਂ ਭਾਰਤੀ ਆਪਣੀ ਮਾਤ ਭੂਮੀ ਲਈ ਖੂਨ ਬਹਾਉਣਾ ਜਾਣਦੇ ਹਾਂ, ਕਿ ਅਸੀਂ ਭਾਰਤੀ ਹਾਂ, ਭਾਰਤ ਦੇ ਕੀ ਹੈ, ਲੋਕ ਹਾਂ, ਇੱਥੋਂ ਦੇ ਵਾਸੀ ਹਾਂ, ਤਾਂ ਅਸੀਂ ਆਪਣੀ ਭਾਰਤ ਭੂਮੀ ਲਈ ਖੂਨ ਬਹਾਉਣਾ ਵੀ ਕੀ ਹੈ, ਜਾਣਦੇ ਹਾਂ। ਅਸੀਂ ਇਹਦੇ ਵਿੱਚ ਇਹ ਤੋਂ ਪਿੱਛੇ ਨਹੀਂ ਹਟਦੇ, ਅਸੀਂ ਡਰਦੇ ਨਹੀਂ ਹਾਂ। ਦੂਤ ਕੋਲੋਂ ਰਾਜੇ ਪੋਰਸ ਦਾ ਪੈਗਾਮ ਸੁਣ ਕੇ ਸਿਕੰਦਰ ਨੇ ਪੁਰੂ ਰਾਜ 'ਤੇ ਹਮਲਾ ਕਰ ਦਿੱਤਾ। ਪੋਰਸ ਕਿੱਥੋਂ ਦਾ ਰਾਜਾ ਸੀ, ਪੁਰੂ ਰਾਜ ਦਾ। ਜਦੋਂ ਦੂਤ ਤੋਂ ਇਹ ਸੁਨੇਹਾ ਸੁਣਿਆ ਕਿ ਪੋਰਸ ਤਾਂ ਇਹ ਕਹਿ ਰਿਹਾ, ਤਾਂ ਉਸਨੇ ਕੀ ਹੈ, ਉਸਨੂੰ ਇੱਕ ਤਰ੍ਹਾਂ ਨਾਲ ਗੁੱਸਾ ਆਇਆ, ਤਾਂ ਉਸਨੇ ਕੀ ਹੈ, ਪੁਰੂ ਰਾਜ 'ਤੇ ਹਮਲਾ ਕਰ ਦਿੱਤਾ। ਇੱਕ ਪਾਸੇ ਹਾਥੀ 'ਤੇ ਸਵਾਰ ਹੋ ਕੇ ਪੋਰਸ ਆਪਣੀਆਂ ਫੌਜਾਂ ਦੀ ਅਗਵਾਈ ਕਰ ਰਿਹਾ ਸੀ। ਅਗਵਾਈ ਕਰਨਾ, ਉਹਨਾਂ ਦੇ ਅੱਗੇ ਰਹਿਣਾ, ਅੱਗੇ ਲੱਗਣਾ। ਅਤੇ ਦੂਜੇ ਪਾਸੇ ਸਿਕੰਦਰ ਦੀ ਇੱਕ ਸ਼ਕਤੀਸ਼ਾਲੀ ਫੌਜ ਖੜੀ ਸੀ। ਦੋਹਾਂ ਫੌਜਾਂ ਵਿੱਚ ਘਮਾਸਾਨ ਦਾ ਯੁੱਧ ਹੋਇਆ। ਘਮਾਸਾਨ ਬੜਾ ਹੀ ਕੀ ਹੈ, ਭਿਅੰਕਰ, ਠੀਕ ਹੈ, ਯੁੱਧ ਹੋਇਆ। ਆਖਰ ਪੋਰਸ ਦੀ ਛੋਟੀ ਜਿਹੀ ਸੈਨਾ ਸਿਕੰਦਰ ਦੀ ਮਹਾਨ ਸੈਨਾ ਅੱਗੇ ਕਿੱਥੋਂ ਤੱਕ ਟਿਕ ਸਕਦੀ ਸੀ, ਕਿਉਂਕਿ ਪੋਰਸ ਦੀ ਸੈਨਾ ਬਹੁਤ ਛੋਟੀ ਸੀ ਅਤੇ ਸਿਕੰਦਰ ਦੀ ਸੈਨਾ ਬਹੁਤ ਵੱਡੀ ਸੀ। ਇਸ ਕਰਕੇ ਸਿਕੰਦਰ ਦੀ ਸੈਨਾ ਅੱਗੇ ਪੋਰਸ ਦੀ ਸੈਨਾ ਹਾਰ ਗਈ। ਪੋਰਸ ਨੂੰ ਬੰਦੀ ਬਣਾ ਲਿਆ ਗਿਆ ਅਤੇ ਸਿਕੰਦਰ ਦੇ ਸਾਹਮਣੇ ਲਿਆਂਦਾ ਗਿਆ। ਬੰਦੀ ਬਣਾਉਣਾ, ਉਸਨੂੰ ਕੀ ਹੈ, ਕੈਦ ਕਰ ਲਿਆ ਗਿਆ, ਅਰਥਾਤ ਗ੍ਰਿਫਤਾਰ ਕਰ ਲਿਆ ਗਿਆ। ਪੋਰਸ ਇੱਕ ਬਹਾਦਰ ਸਿਪਾਹੀ ਦੀ ਤਰ੍ਹਾਂ ਰਾਜੇ ਸਿਕੰਦਰ ਅੱਗੇ ਜਾ ਖੜਾ ਹੋਇਆ। ਅਰਥਾਤ ਉਹ ਫਿਰ ਵੀ ਨਹੀਂ ਡਰਿਆ, ਪੂਰਾ ਅਕੜ ਦੇ ਵਿੱਚ ਜਾ ਕੇ ਸਿਕੰਦਰ ਅੱਗੇ ਖੜਾ ਹੋ ਗਿਆ। ਸਿਕੰਦਰ ਨੇ ਪੋਰਸ ਨੂੰ ਜਦੋਂ ਦੇਖਿਆ ਤਾਂ ਬੋਲਿਆ, ਰਾਜਾ ਪੋਰਸ, ਦੱਸ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ। ਰਾਜਾ ਸਿਕੰਦਰ ਨੇ ਜਵਾਬ ਦਿੱਤਾ, ਮੇਰੇ ਨਾਲ ਉਹੀ ਸਲੂਕ ਕਰੋ ਜੋ ਇੱਕ ਬਹਾਦਰ ਰਾਜਾ ਦੂਜੇ ਬਹਾਦਰ ਰਾਜੇ ਨਾਲ ਕਰਦਾ ਹੈ। ਪੋਰਸ ਬੋਲਿਆ। ਪੋਰਸ ਦੀ ਬਹਾਦਰੀ ਵੇਖ ਕੇ ਸਿਕੰਦਰ ਉਸ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸਨੇ ਰਾਜੇ ਪੋਰਸ ਨੂੰ ਛੱਡਣ ਦਾ ਹੁਕਮ ਦਿੱਤਾ, ਕਿਉਂਕਿ ਦੇਖੋ ਉਹਦੀ ਬਹਾਦਰੀ ਦੇਖੀ ਕਿ ਹਜੇ ਵੀ ਉਹ ਡਰ ਨਹੀਂ ਰਿਹਾ। ਮੈਂ ਉਸਨੂੰ ਕੀ ਹੈ, ਗੁਲਾਮ ਬਣਾ ਲਿਆ, ਆਪਣਾ ਕੈਦ ਕਰ ਲਿਆ, ਲੇਕਿਨ ਉਸਦੇ ਚਿਹਰੇ 'ਤੇ ਜਰਾ ਵੀ ਡਰ ਦੀ ਕੀ ਹੈ, ਝਲਕ ਮੈਨੂੰ ਦਿਖਾਈ ਨਹੀਂ ਦੇ ਰਹੀ। ਇਸ ਕਰਕੇ ਉਸਨੇ ਕਿਹਾ ਕਿ ਤੂੰ ਬੜਾ ਹੀ ਬਹਾਦਰ ਹੈ, ਤਾਂ ਉਸਨੇ ਪੋਰਸ ਨੂੰ ਛੱਡਣ ਦਾ ਹੁਕਮ ਦੇ ਦਿੱਤਾ। ਰਾਜਾ ਪੋਰਸ ਤਾਂ ਕੀ ਹੈ, ਸਿਕੰਦਰ ਕਹਿਣ ਲੱਗਿਆ, ਰਾਜਾ ਪੋਰਸ, ਮੈਂ ਤੁਹਾਡੀ ਬਹਾਦਰੀ, ਤੁਹਾਡੀ ਹਿੰਮਤ ਅਤੇ ਦੇਸ਼ ਪ੍ਰੇਮ ਦੀ ਕਦਰ ਕਰਦਾ ਹਾਂ। ਅੱਜ ਤੋਂ ਤੁਸੀਂ ਮੇਰੇ ਮਿੱਤਰ ਹੋ। ਮੈਨੂੰ ਅੱਜ ਇਹ ਅਹਿਸਾਸ ਹੋ ਗਿਆ ਕਿ ਦੂਜੇ ਰਾਜਾ ਨੂੰ ਆਪਣਾ ਕਹਿਣ ਵਾਲਾ ਸ਼ਕਤੀਸ਼ਾਲੀ ਰਾਜਾ ਨਹੀਂ ਅਖਵਾ ਸਕਦਾ। ਅਰਥਾਤ ਅੱਜ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਅਗਰ ਮੈਂ ਦੂਜੇ ਰਾਜਿਆਂ ਉੱਤੇ ਕਬਜ਼ਾ ਕਰ ਲਿਆ, ਠੀਕ ਹੈ, ਅਤੇ ਦੂਜੇ ਰਾਜਿਆਂ ਉੱਤੇ ਕਬਜ਼ਾ ਕਰਕੇ ਸ਼ਕਤੀਸ਼ਾਲੀ ਰਾਜਾ ਮੈਂ ਅਖਵਾ ਰਿਹਾ, ਤਾਂ
ਇਹ ਕੋਈ ਚੰਗੀ ਗੱਲ ਨਹੀਂ ਹੈ, ਇਸ ਨਾਲ ਕੋਈ ਮਹਾਨ ਨਹੀਂ ਬਣਦਾ। ਇਹਦੇ ਵਾਸਤੇ ਮੈਨੂੰ ਲੋਕਾਂ ਦੇ ਦਿਲਾਂ ਨੂੰ ਜਿੱਤਣਾ ਪਵੇਗਾ। ਬਿਲਕੁਲ ਸਹੀ ਗੱਲ ਹੈ ਕਿ ਕਿਸੇ ਉੱਤੇ ਜ਼ਬਰਦਸਤੀ ਕਿ ਅਧਿਕਾਰ ਜਮਾਉਣਾ ਚੰਗੀ ਗੱਲ ਨਹੀਂ ਹੈ। ਅਗਰ ਤੁਸੀਂ ਕਿਸੇ ਨੂੰ ਜਿੱਤਣਾ ਹੀ ਹੈ ਤਾਂ ਆਪਣੀਆਂ ਗੱਲਾਂ ਨਾਲ, ਆਪਣੇ ਚੰਗੇ ਸੁਭਾਅ ਨਾਲ, ਆਪਣੇ ਚੰਗੇ ਬੋਲਾਂ ਨਾਲ ਉਸਦੇ ਦਿਲ ਦੇ ਉੱਤੇ ਰਾਜ ਕਰੋ, ਉਸਦੇ ਦਿਲ ਨੂੰ ਜਿੱਤੋ। ਅਗਰ ਤੁਸੀਂ ਕਿਸੇ ਦਾ ਦਿਲ ਜਿੱਤ ਲਿਆ ਤਾਂ ਸਮਝੋ ਕੀ ਹੈ, ਤੁਸੀਂ ਉਸਨੂੰ ਜਿੱਤ ਚੁੱਕੇ ਹੋ। ਕਿਸੇ ਦੇ ਉੱਪਰ ਜ਼ਬਰਦਸਤੀ ਕਬਜ਼ਾ ਕਰਨ ਨਾਲ ਤੁਸੀਂ ਉਸ ਨੂੰ ਜਿੱਤ ਨਹੀਂ ਸਕੋਗੇ। ਉਸਦੇ ਮਿੱਠੇ, ਆਪਣੇ ਮਿੱਠੇ ਬੋਲਾਂ ਨਾਲ ਉਸਦੇ ਦਿਲ ਨੂੰ ਜਿੱਤੋ। ਉਸਨੇ ਆਪਣੀਆਂ ਫੌਜਾਂ ਨੂੰ ਪਿੱਛੇ ਮੁੜਨ ਦਾ ਹੁਕਮ ਦੇ ਦਿੱਤਾ। ਤਾਂ ਇੱਥੋਂ ਕੀ ਹੈ, ਉਸਨੂੰ ਸਿੱਖਿਆ ਮਿਲੀ ਕਿ ਕਦੇ ਵੀ ਜ਼ੋਰ ਜ਼ਬਰਦਸਤੀ ਨਾਲ ਜਾਂ ਯੁੱਧ ਨਾਲ ਕਿਸੇ ਨੂੰ ਜਿੱਤਿਆ ਨਹੀਂ ਜਾ ਸਕਦਾ। ਅਗਰ ਅਸੀਂ ਕਿਸੇ 'ਤੇ ਜਿੱਤ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਦੂਸਰਿਆਂ ਨਾਲ ਚੰਗਾ ਸਲੂਕ ਕਰਨਾ ਚਾਹੀਦਾ ਹੈ। ਠੀਕ ਹੈ, ਚੰਗੇ ਬੋਲਾਂ ਨਾਲ ਅਸੀਂ ਕਿਸੇ ਨੂੰ ਜਿੱਤ ਸਕਦੇ ਹਾਂ। ਤਾਂ ਇਸ ਤਰ੍ਹਾਂ ਇਸ ਪਾਠ ਦੇ ਵਿੱਚੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਗਰ ਅਸੀਂ ਕਿਸੇ ਉੱਤੇ ਜਿੱਤ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਕਦੇ ਵੀ ਜ਼ੋਰ ਜ਼ਬਰਦਸਤੀ ਨਾਲ ਨਾ ਕਰੋ, ਲੜਾਈ ਝਗੜੇ ਨਾਲ ਨਾ ਕਰੋ। ਕਿਸੇ ਦਾ ਦਿਲ ਜਿੱਤਣਾ ਹੈ ਤਾਂ ਆਪਣੇ ਚੰਗੇ ਮਿੱਠੇ ਬੋਲਾਂ ਨਾਲ, ਆਪਣੇ ਚੰਗੇ ਸੁਭਾਅ ਨਾਲ, ਠੀਕ ਹੈ, ਆਪਣੀ ਮਿਠਾਸ ਨਾਲ ਤੁਸੀਂ ਦੂਸਰੇ ਦਾ ਦਿਲ ਜਿੱਤ ਸਕਦੇ ਹੋ।